ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਇਮਾਨ ਗੁਰੂ ਕੀ ਸੰਗਤ ਵਿੱਚ ਭਾਗੇ ਹਾਂ। ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਦੇ ਨਾਲ ਸਾਡੀਆਂ ਮਨ ਬਿਰਤੀਆਂ ਨੂੰ ਇਕਾਗਰ ਕੀਤਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਅੱਜ ਦਾ ਇਹ ਪਾਵਨ ਹੁਕਮ ਸਾਡੀ ਝੋਲੀ ਵਿੱਚ ਪਾਇਆ ਗਿਆ। ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 785 ਉੱਪਰ ਸੁਭਾਇਮਾਨ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਵਾਰ ਸੋਹੀ ਕੀ ਸੋਹੀ ਰਾਗ ਦੇ ਅੰਦਰ ਇਹ ਵਾਰ ਹੈ, ਜਿਹਦੀ ਆਰੰਭਤਾ ਹੈ ਤੇ ਇਸ ਆਰੰਭਤਾ ਦੇ ਦੂਸਰੇ ਜੋ 2 ਸ਼ਲੋਕ ਤੇ ਦੂਸਰੀ ਪੌੜੀ ਹੈ। ਵਾਰ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਜਿਹੜੇ 2 ਸ਼ਲੋਕ ਨੇ ਨਾਲ ਹੁਕਮ ਰੂਪ ਵਿੱਚ ਆਏ ਤੇ ਪੌੜੀ ਇਹ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ। ਧਿਆਨ ਦੇਣ ਯੋਗ ਗੱਲ ਹੈ, ਅਸਲ ਵਿੱਚ ਜਿਹੜੀ ਵਾਰ ਹੁੰਦੀ ਹੈ ਉਹ ਪੌੜੀਆਂ ਦੀ ਉਚਾਰਨ ਕੀਤੀ ਗਈ। ਔਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਜਦੋਂ ਇਸ ਪਾਵਨ ਬਾਣੀ ਦੀ ਸੰਪਾਦਨਾ ਕੀਤੀ ਗਈ, ਪਾਵਨ ਗ੍ਰੰਥ ਤਿਆਰ ਕੀਤਾ ਗਿਆ, ਉਸ ਸਮੇਂ ਜਿਹੜੇ ਸ਼ਲੋਕ ਸਨ, ਜਿਹੜੇ ਪੌੜੀ ਦੇ ਭਾਵ ਅਰਥ ਨੂੰ ਦਰਸਾਉਂਦੇ ਸਨ, ਉਹ ਪਾਵਨ ਸ਼ਲੋਕ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਇਸ ਪਾਵਨ ਪੀੜ ਦੇ ਅੰਦਰ ਦਰਜ ਕਰਵਾਏ। ਤੇ ਬਾਣੀ ਪੜ੍ਹਨ ਵਾਲੇ ਇਹ ਵਿਚਾਰਦੇ ਹੋਣਗੇ ਕਿ ਅਖੀਰ ਉੱਤੇ ਭੋਗ ਦੇ ਸ਼ਲੋਕਾਂ ਤੋਂ ਪਹਿਲਾਂ ਸ਼ਲੋਕ ਵਾਰਾਂ ਤੇ ਵਧੇਕ, ਭਾਵ ਜਿਹੜੇ ਸ਼ਲੋਕ ਵਾਰਾਂ ਦੇ ਨਾਲ ਦਰਜ ਹੋ ਗਏ 22 ਵਾਰਾਂ ਨੇ, ਜਿਹੜੇ ਸ਼ਲੋਕ ਵਾਰਾਂ ਦੇ ਨਾਲ ਦਰਜ ਹੋ ਗਏ ਉਹਨਾਂ ਤੋਂ ਵਧੇਕ ਜਿਹੜੇ ਬਚ ਗਏ ਸਨ, ਵੱਧ ਗਏ ਸਨ, ਉਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਤੇ ਸਮੇਤ ਆਪਣੇ 5ਵੀਂ ਪਾਤਸ਼ਾਹੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹ ਅਖੀਰ ਉੱਤੇ ਸ਼ਲੋਕ ਜਿਹੜੇ ਦਰਜ ਕੀਤੇ ਹਨ। ਇਸ ਪਾਵਨ ਪੌੜੀ ਦੇ ਨਾਲ 2 ਸ਼ਲੋਕ ਨੇ ਜਿਨ੍ਹਾਂ ਦੇ ਵਿੱਚ ਸੁਹਾਗਣ ਦੀ ਗੱਲ ਕੀਤੀ ਗਈ ਹੈ। ਮੇਰੀਆਂ ਭੈਣਾਂ ਬੈਠੀਆਂ ਨੇ ਤੇ ਅਸੀਂ ਆਮ ਪ੍ਰਚਲਿਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿ ਸੁਹਾਗਣ ਕੌਣ ਹੈ? ਜਿਹਦਾ ਪਤੀ ਇਸ ਧਰਤੀ ਤੇ ਜਿਉਂਦਾ। ਸੁਹਾਗਣ ਦੀ ਪਹਿਚਾਣ ਕੀ ਹੈ? ਇਹ ਸਿੱਖ ਧਰਮ ਦੇ ਅਨੁਸਾਰ ਨਹੀਂ ਮੈਂ ਕਹਿ ਰਿਹਾ, ਇਸ ਸੰਸਾਰ ਦੇ ਸਾਡੇ ਆਪੋ ਆਪਣੇ ਜਿਹੜੇ ਨੇ ਜੀਵਨ ਦੇ ਵਿੱਚ ਆਪੋ ਆਪਣੇ ਕਬੀਲਿਆਂ, ਆਪੋ ਆਪਣੇ ਸ਼ਹਿਰਾਂ, ਆਪੋ ਆਪਣੀਆਂ ਸਟੇਟਾਂ ਦਾ ਆਪੋ ਆਪਣਾ ਸੱਭਿਆਚਾਰ ਹੈ। ਉਸ ਅਨੁਸਾਰ ਜਿਸ ਜੀਵ ਰੂਪੀ ਇਸਤਰੀ ਦੇ ਭਾਵ ਜਿਸ ਇਸਤਰੀ ਦੇ ਮੱਥੇ ਉੱਤੇ ਸੰਧੂਰ ਉਕੜਿਆ, ਭਾਵ ਜਿਹਨੇ ਇਸ ਮਾਂਗ ਦੇ ਵਿੱਚ ਸੰਧੂਰ ਭਰਿਆ ਹੋਵੇ, ਉਹਦੇ ਹੱਥ ਵਿੱਚ ਚੂੜੀਆਂ ਹੋਣ, ਉਹਦੇ ਤਨ ਉੱਤੇ ਸੂਹੇ ਰੰਗ ਦਾ ਸੂਟ ਹੋਵੇ, ਭਾਵ ਉਹ ਸੱਜੀ ਫੱਬੀ ਹੋਵੇ ਤੇ ਉਹਨੂੰ ਆਖਦੇ ਇਹ ਸੁਹਾਗਣ ਹੈ। ਉਹ ਕਿੱਦਾਂ ਪਤਾ ਚੱਲਦਾ ਹੈ ਕਿ ਇਹਦੇ ਮਾਂਗ ਵਿੱਚ ਸੰਧੂਰ ਹੈ, ਇਹਦਾ ਪਤੀ ਜਿਉਂਦਾ। ਹੁਣ ਇੱਥੇ ਸੁਹਾਗਣ ਦੀ ਗੱਲ ਜਿਹੜੀ ਹੈ ਇਹ ਅਧਿਆਤਮਿਕ ਪੱਖ ਤੋਂ ਕੀਤੀ ਹੈ। ਸੰਸਾਰ ਦੇ ਅੰਦਰ ਤਾਂ ਬੜੀਆਂ ਸੁਹਾਗਣਾਂ ਨੇ ਜਿਨ੍ਹਾਂ ਦਾ ਪਤੀ ਹੈ, ਪਰ ਇੱਕ ਗੱਲ ਹੈ ਕਿ ਜਿਹੜੀ ਸੁਹਾਗਣ ਆਪਣੇ ਪਤੀ ਪਰਮੇਸ਼ਰ ਦੇ ਹੁੰਦਿਆਂ ਹੋਇਆਂ ਕਿਸੇ ਦੂਸਰੇ ਅਨਪੁਰਖ ਦੇ ਨਾਲ ਵਿਭਚਾਰ ਕਰੇ ਤੇ ਉਹਨੂੰ ਸੁਹਾਗਣ ਨਹੀਂ, ਉਹਨੂੰ ਕੀ ਕਿਹਾ ਜਾਂਦਾ? ਦੁਹਾਗਣ ਹੈ। ਇਹ ਮਾੜੇ ਕਰਮਾਂ ਵਾਲੀ ਹੈ। ਲੋਕ ਸੰਸਾਰ ਦੇ ਉੱਤੇ ਉਹਨੂੰ ਬੜੀ ਮਾੜੀ ਨਿਗਾਹ ਦੇ ਨਾਲ ਵੇਖਦੇ ਨੇ।
ਲੋਕ ਉਸ ਔਰਤ ਨੂੰ ਵੱਧ ਚੱਲਣ ਆਖਦੇ ਨੇ। ਕਿਉਂ? ਕਿਉਂਕਿ ਪਤੀ ਹੁੰਦਿਆਂ ਹੋਇਆਂ, ਸੁਹਾਗ ਭਾਗ ਵਾਲੀ ਹੁੰਦਿਆਂ ਹੋਇਆਂ ਵੀ ਉਹ ਵਿਭਚਾਰ ਕਰਦੀ ਹੈ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਸਲੋਕ ਦੇ ਅੰਦਰ ਸੁਹਾਗਣ ਦੀ ਗੱਲ ਕੀਤੀ ਹੈ ਕਿ ਸੂਹਬ ਤਾਂ ਸੁਹਾਗਣੀ। ਭਾਈ ਸੁਹਾਗਾਂ ਵਾਲੀ ਕਿੱਦਾਂ ਹੈ? ਜਿਹਦੇ ਤਨ ਉੱਤੇ ਸੂਹੇ ਰੰਗ ਦਾ, ਗੂੜੇ ਰੰਗ ਦਾ ਕੱਪੜਾ ਹੋਵੇ, ਸੂਹਬ, ਸੂਹੇ ਰੰਗ ਦਾ, ਲੋਕ ਉਹਨੂੰ ਕਹਿੰਦੇ ਨੇ ਇਹ ਸੁਹਾਗਣੀ ਹੈ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਸੁਹਾਗਣ ਉਹ ਹੈ, ਕਿਉਂਕਿ ਅਸੀਂ ਜੀਵ ਰੂਪੀ ਇਸਤਰੀਆਂ ਪਤੀ ਪਰਮੇਸ਼ਰ ਦੀਆਂ, ਤੇ ਜੇ ਪਤੀ ਨੂੰ ਪਰਮੇਸ਼ਰ ਜਾਣ ਲਿਆ ਤੇ ਜਾਂ ਮੰਨ ਲੇਹ ਸੱਚ ਨਾਉ। ਅਸਲ ਵਿੱਚ ਸੁਹਾਗਣ ਉਹ ਹੈ ਜਿਸ ਤਰ੍ਹਾਂ ਸੰਸਾਰ ਦੇ ਉੱਤੇ ਆਪਣੇ ਪਤੀ ਬ੍ਰਤਾ ਧਰਮ ਨਿਭਾਉਂਦੀ ਹੋਈ ਇਸਤਰੀ ਸੁਹਾਗਣ ਕਮਾਉਂਦੀ ਹੈ, ਇਸੇ ਤਰ੍ਹਾਂ ਹੀ ਰੱਬ ਦਾ ਨਾਮ ਲੈਣ ਵਾਲੀ ਆਪਣੇ ਪਤੀ ਪਰਮੇਸ਼ਰ ਪ੍ਰਤੀ ਸੁਹਾਗਣ ਕਹਾਉਂਦੀ ਹੈ। ਪਰ ਤਾਂ ਕਹਾਉਂਦੀ ਹੈ ਜੇ ਉਹਦੇ ਨਾਮ ਨੂੰ ਉਹ ਮੰਨ ਲਵੇ। ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਵਿਚਾਰ ਹੈ, ਕਿਉਂਕਿ ਗੱਲ ਮੰਨਣ ਦੀ ਹੈ। ਮੇਰੀ ਭੈਣੋ, ਜਦੋਂ ਔਰਤ ਆਪਣੇ ਪੇਕੇ ਘਰ ਚੋਂ ਸਹੁਰੇ ਘਰ ਜਾਂਦੀ ਹੈ ਨਾ, ਤੇ ਉੱਥੇ ਉਹਦੇ ਗੁਣਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਤੇ ਜਦੋਂ ਪੇਕੇ ਘਰ ਹੁੰਦੀ ਹੈ ਉਦੋਂ ਲਾਡ ਲਡਾਇਆ ਜਾਂਦਾ। ਸਾਡੀ ਧੀ ਹੋਵੇ ਤੇ ਅਸੀਂ ਬੜੇ ਪਿਆਰ ਦੇ ਨਾਲ, ਮੈਂ ਆਪਣੇ ਤੋਂ ਗੱਲ ਕਰਦਾ, ਅਸੀਂ ਆਪਣੇ ਘਰ ਵਿੱਚ ਮੈਂ ਆਪਣੀਆਂ ਧੀਆਂ ਨੂੰ ਬੜਾ ਲਾਡ ਲਡਾਉਣਾ। ਪਰ ਕੀ ਉਹਨਾਂ ਲਾਡਾਂ ਦੇ ਕਰਕੇ ਜਦੋਂ ਉਹਦੀ ਮੈਰਿਜ ਹੁੰਦੀ ਹੈ, ਵਿਆਹ ਹੁੰਦਾ, ਕਿ ਉਹ ਲਾਡ ਉੱਥੇ ਚੱਲਣਗੇ? ਨਹੀਂ। ਉੱਥੇ ਤੇ ਉਸ ਘਰ ਦੇ ਵਿੱਚ ਉਹਦੇ ਗੁਣ, ਕਿ ਇਹਨੂੰ ਪ੍ਰਸ਼ਾਦਾ ਪਕਾਉਣਾ ਆਉਂਦਾ, ਕਿ ਇਹਨੂੰ ਸਬਜ਼ੀ ਬਣਾਉਣੀ ਆਉਂਦੀ ਹੈ, ਕਿ ਇਹ ਵੱਡਿਆਂ ਦਾ ਸਤਿਕਾਰ ਕਰਦੀ ਹੈ, ਕਿ ਛੋਟਿਆਂ ਨੂੰ ਪਿਆਰ ਕਰਦੀ ਹੈ, ਇਹਦੇ ਬੋਲ ਕਿਸ ਤਰ੍ਹਾਂ ਦੇ ਨੇ, ਇਹਦੀ ਚਾਲ ਕਿਸ ਤਰ੍ਹਾਂ ਦੀ, ਇਹ ਸਭ ਕੁਝ ਵੇਖਿਆ ਜਾਂਦਾ। ਪਰ ਤਾਂ ਜਦੋਂ ਉਹ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਂਦੀ ਹੈ, ਹੁਣ ਅਸੀਂ ਪਤੀ ਪਰਮੇਸ਼ਰ ਵੱਲ ਬਣ ਗਏ ਹਾਂ। ਪਤੀ ਸਾਡਾ ਪਰਮੇਸ਼ਰ ਹੈ। ਤੇ ਜੇ ਕਿਤੇ ਅਸੀਂ ਇਸ ਧਰਤੀ ਤੇ ਆ ਕੇ ਭਾਵ ਸਹੁਰੇ ਘਰ ਆਏ ਹਾਂ, ਅਸੀਂ ਆਏ ਹਾਂ ਤੇ ਪਤੀ ਤੋਂ ਦੂਰ ਆ, ਪਰਮੇਸ਼ਰ ਤੋਂ ਦੂਰ ਆ। ਲਿਵ ਛੁੜਕੀ, ਧਿਆਨ ਦੇਣਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਪਰਮਾਤਮਾ ਤੋਂ ਵਿਛੋੜਾ ਹੋਇਆ ਹੈ ਸਾਡੇ ਕੋਲ ਹੀ, ਪਰ ਮਾਇਆ ਨੇ ਸਾਨੂੰ ਵਿਸਾਰ ਦਿੱਤਾ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਸਮਝਾ ਰਹੇ ਨੇ ਕਿ ਭਲਿਓ, ਅਸਲ ਵਿੱਚ ਜਿਹੜਾ ਮਨ ਕਰਕੇ ਪਰਮਾਤਮਾ ਦੇ ਸੱਚ ਨਾਮ ਨੂੰ ਵਿਹਾਂਜਦਾ, ਉਹ ਅਸਲ ਵਿੱਚ ਸੁਹਾਗ ਭਾਗ ਭਰੇ ਵਾਲਾ। ਹੁਣ ਭਾਈ ਗੁਰਦਾਸ ਜੀ ਦੀ ਜੋ ਮੈਂ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਪੁਛਤ ਪਥਕ ਤਹਿ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ। ਅਸੀਂ ਆਪਣੇ ਪਤੀ ਦੇ ਕੋਲੋਂ ਜਾਣਾ ਤੇ ਪੁੱਛ ਲਿਆ ਕਿ ਮੇਰਾ ਪਤੀ ਹੈ ਕਿੱਥੇ, ਤੇ ਦੱਸਣ ਵਾਲਿਆਂ ਦੱਸ ਵੀ ਦਿੱਤਾ ਕਿ ਭਲਿਆ ਆਹ ਰਸਤਾ ਜਾਂਦਾ ਹੀ, ਤੇ ਜੇ ਉਸ ਰਸਤੇ ਉੱਤੇ ਚੱਲਾਂਗੇ ਨਹੀਂ, ਜੇ ਉਸ ਰਸਤੇ ਉੱਤੇ ਤੁਰਾਂਗੇ ਨਹੀਂ, ਤੇ ਫਿਰ ਪਤੀ ਪਰਮੇਸ਼ਰ ਨੂੰ ਮਿਲਿਆ ਨਹੀਂ ਜਾ ਸਕਦਾ। ਪਤੀ ਪਰਮੇਸ਼ਰ ਦੂਰ ਹੈ। ਫਿਰ ਰਸਤੇ ਵਿੱਚ ਖੁੰਝ ਜਾਵਾਂਗੇ, ਭਟਕਾਂਗੇ, ਦਰ ਦਰ ਦੀਆਂ ਠੋਕਰਾਂ ਮਿਲਣਗੀਆਂ। ਭਾਈ ਗੁਰਦਾਸ ਜੀ ਅਗਲੀ ਉਦਾਹਰਨ ਦਿੰਦੇ ਨੇ, ਪੁਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੈ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ। ਹੁਣ ਸਾਰੇ ਗੱਲਾਂ ਕਰੀ ਜਾਈਏ ਕਿ ਪਰਮਾਤਮਾ ਹੈ, ਪਰਮਾਤਮਾ ਇਸ ਤਰ੍ਹਾਂ ਦਾ ਹੈ, ਉਹ ਨਿਰਭਉ ਹੈ, ਨਿਰਵੈਰ ਹੈ। ਪਰ ਜੋ ਗੁਰੂ ਸਾਨੂੰ ਦਰਸਾਉਂਦਾ ਹੈ ਕਿ ਭਲਿਓ, ਇਹ ਜਿਹੜਾ
ਤੁਹਾਨੂੰ ਰੋਗ ਲੱਗਾ ਨਾ ਪਰਮਾਤਮਾ ਤੋਂ ਵਿਛੋੜੇ ਦਾ। ਇਹ ਰੋਗ ਤਾਂ ਠੀਕ ਹੋਣਾ ਜੇ ਰੋਜ਼ਾਨਾ ਹੀ ਤੂੰ ਆਪਣੇ ਖਸਮ ਨੂੰ ਆਵਾਜ਼ਾਂ ਮਾਰੇ। ਤੇ ਜੇ ਆਵਾਜ਼ਾਂ ਮਾਰੇਗਾ, ਆਵਾਜ਼ ਦਾ ਕੀ ਹੈ ਕਿ ਭਾਵ ਸਿਮਰਨ ਕਰ, ਵਾਹਿਗੁਰੂ ਵਾਹਿਗੁਰੂ ਕਰ, ਸਤਨਾਮ ਵਾਹਿਗੁਰੂ ਦਾ ਜਾਪ ਕਰ, ਬਾਣੀ ਪੜ੍ਹ, ਬਾਣੀ ਦੇ ਰਾਹੀਂ ਉਸ ਅਕਾਲ ਪੁਰਖ ਨੂੰ ਆਵਾਜ਼ ਮਾਰ, ਕਿ ਤਾਂ ਇਹ ਰੋਗ ਮਿਟੇਗਾ ਨਾ। ਭਾਈ ਗੁਰਦਾਸ ਜੀ ਕਹਿੰਦੇ ਹੁਣ ਵੈਦ ਦੇ ਕੋਲੋਂ ਪੁੱਛ ਧਰਿਆ ਮੈਨੂੰ ਰੋਗ ਕੀ ਹੈ, ਪਰ ਉਹਨੂੰ ਉਸ ਸੰਜਮ ਦੇ ਨਾਲ ਉਹ ਦਵਾ ਦਾਰੂ ਨਹੀਂ ਕਰਦਾ, ਤੇ ਫਿਰ ਰੋਗ ਕਿੱਦਾਂ ਮਿਟੇਗਾ? ਰੋਗ ਨਹੀਂ ਮਿਟੇਗਾ। ਰੋਗ ਤਾਂ ਮਿਟੇਗਾ ਜੇ ਉਸ ਵੈਦ ਦੇ ਅਨੁਸਾਰ, ਡਾਕਟਰ ਦੇ ਅਨੁਸਾਰ ਦਵਾਈ ਲਏਗਾ। ਇਹ ਸਾਡਾ ਤੇ ਸਤਿਗੁਰ ਸੱਚਾ ਵੈਦ ਹੈ, ਸਾਡਾ ਤੇ ਵੈਦ ਹੀ ਸਤਿਗੁਰੂ ਹੈ, ਜਿਹਨੇ ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਸਾਧੇ ਨਹੀਂ ਜਾ ਸਕਦੇ ਉਹ ਪੰਜੇ ਦੇ ਪੰਜੇ ਰੋਗ ਵਸ ਵਿੱਚ ਕਰ ਲਏ। ਹੁਣ ਭਾਈ ਗੁਰਦਾਸ ਜੀ ਨੇ ਤੀਸਰੀ ਉਦਾਹਰਨ ਕੀਤੀ, ਕਹਿੰਦੇ ਕਿ ਪੁੱਛਤ ਸੁਹਾਗਣ ਕਰਮ ਹੈ ਦੁਹਾਗਣ ਕਿਆ। ਹੁਣ ਪੁੱਛ ਤੇ ਲਿਆ ਸੁਹਾਗਣਾਂ ਨੂੰ, ਮੇਰੀਆਂ ਭੈਣਾਂ ਬੈਠੀਆਂ ਆਂਢ ਗੁਆਂਢ ਦੇ ਵਿੱਚੋਂ, ਜਿਹਨੂੰ ਨਾ ਪਤਾ ਨਾ ਹੋਵੇ ਕਿ ਭਾਈ ਜਿਹੜੇ ਸੁਹਾਗ ਭਾਗ ਵਾਲੇ ਜਿਹੜੇ ਨੇ ਉਹ ਕਰਮ ਕਿੱਦਾਂ ਕਰਨੇ ਨੇ। ਆਮ ਪ੍ਰਚਲਿਤ ਹੈ ਕਿਸੇ ਦੇ ਘਰ ਵਿਆਹ ਹੋਵੇ ਧੀ ਦਾ, ਉਹ ਆਪਣੀ ਆਂਢਣਾ ਗੁਆਂਢਣਾਂ ਨੂੰ ਪੁੱਛਦੀ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਤੇ ਮੇਰੀ ਉਹ ਭੈਣੋ ਮੈਨੂੰ ਨਹੀਂ ਪਤਾ, ਤੇ ਤੁਸੀਂ ਮੈਨੂੰ ਦੱਸਣਾ, ਕਿਉਂਕਿ ਤੁਸੀਂ ਪਹਿਲਾਂ ਆਪਣੀਆਂ ਧੀਆਂ ਵਿਆਹੀਆਂ ਨੇ। ਮੈਨੂੰ ਇਸ ਬਾਬਤ ਨਹੀਂ ਪਤਾ ਸਾਡਾ ਸੱਭਿਆਚਾਰ ਕੀ ਕਹਿੰਦਾ ਹੈ। ਮਾਫ਼ ਕਰਨਾ, ਇੱਥੇ ਸੱਭਿਆਚਾਰ ਸਾਡਾ ਵੈਸੇ ਹੁਣ ਬਹੁਤ ਧੁੰਦਲਾ ਹੋ ਗਿਆ, ਬਹੁਤ ਜ਼ਿਆਦਾ ਧੁੰਦਲਾ। ਅਸਲ ਵਿੱਚ ਇਹ ਸਾਡਾ ਸੱਭਿਆਚਾਰ ਨਹੀਂ ਸੀ, ਜਿਹਨੂੰ ਅੱਜ ਅਸੀਂ ਬਣਾ ਲਿਆ। ਵੱਡੇ ਵੱਡੇ ਡੀਜੇ ਲਾ ਲਏ, ਲੱਚਰਤਾ ਭਰੇ ਗੀਤ ਪਾ ਲਏ, ਫਿਰ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ ਸਟੇਜ ਉੱਤੇ ਕਹਿੰਦੇ ਆ ਕਿ ਨੱਚੋ ਜੀ। ਉਹ ਫਿਰ ਨੱਚਦੀਆਂ ਨੇ ਤੇ ਸਾਹਮਣੇ ਪਿਓ ਬੈਠਾ ਵੀ, ਭਰਾ ਬੈਠਾ ਵੀ, ਵੇਖ ਕੇ ਤਾੜੀਆਂ ਮਾਰਦਾ। ਇਹ ਸਾਡਾ ਸੱਭਿਆਚਾਰ ਸੀ, ਇਹ ਸਾਡਾ ਸੱਭਿਆਚਾਰ ਨਹੀਂ ਸੀ। ਹੁਣ ਭਾਈ ਗੁਰਦਾਸ ਜੀ ਉਦਾਹਰਨ ਕਹਿੰਦੇ ਪੁੱਛਤ ਸੁਹਾਗਣ, ਸੁਹਾਗਣ ਨੂੰ ਪੁੱਛ ਲਿਆ। ਉਸ ਔਰਤ ਨੇ ਜਿਹੜੀ ਸੁਹਾਗ ਭਾਵ ਜਿਹਦੇ ਵਿਆਹ ਹੋਣਾ ਹੁਣ, ਉਹਨੇ ਆਪਣੇ ਆਂਢਣ ਗੁਆਂਢਣ ਨੂੰ ਪੁੱਛ ਲਿਆ, ਉਹਦੇ ਪਰਿਵਾਰ ਨੇ ਵੀ ਪੁੱਛ ਲਿਆ। ਫਿਰ ਉਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਜੇ ਕੀਤਾ ਨਾ ਤਾਂ ਫਿਰ ਉਹ ਸੁਹਾਗਣ ਨਹੀਂ ਰਹਿ ਜਾਂਦੀ। ਪੁੱਛਤ ਸੁਹਾਗਣ ਕਰਮ ਹੈ ਦੁਹਾਗਣ ਕਹਿ। ਹੁਣ ਧੀ ਨੇ ਪੁੱਛਿਆ, ਹੇ ਮਾਂ ਮੇਰਾ ਵਿਆਹ ਹੋਣਾ, ਤੇ ਮਾਂ ਨੇ ਆਖਿਆ ਹਾਂ ਧੀਏ ਤੇਰਾ ਆਨੰਦ ਹੋਣ ਲੱਗਾ ਇਸ ਲੜਕੇ ਦੇ ਨਾਲ। ਤੇ ਜਿਹੜੀ ਸਹੀ ਮਾਂ ਹੋਵੇਗੀ ਉਹ ਆਪਣੀ ਧੀ ਨੂੰ ਉਹ ਗੁਣ ਦੇ ਕੇ ਭੇਜੇਗੀ। ਧੀਏ ਦੇਖ, ਆਪਣੇ ਪਤੀ ਪ੍ਰਤਾ ਧਰਮ ਤੂੰ ਸਹੀ ਤਰੀਕੇ ਨਾਲ ਨਿਭਾਉਣਾ। ਆਪਣੇ ਪਤੀ ਪ੍ਰਤੀ ਤੂੰ ਜੋ ਤੇਰਾ ਪਤੀ ਆਖੇਗਾ ਉਹੀ ਕਰਨਾ, ਉਹ ਚਾਹੇ ਭਲਾ ਹੋਵੇ ਬੁਰਾ ਹੋਵੇ। ਤੇਰਾ ਇਹ ਧਰਮ ਹੈ ਕਿ ਜੋ ਤੈਨੂੰ ਪਤੀ ਕਹਿ ਰਿਹਾ ਉਹਨੂੰ ਤੂੰ ਮੰਨਣਾ। ਉਸ ਸਹੁਰੇ ਘਰ ਵਿੱਚ ਜਾਣਾ, ਤੇਰੇ ਦੇਰ ਨੇ, ਤੇਰੇ ਜੇਠ ਨੇ, ਦਰਾਣੀਆਂ ਜਠਾਣੀਆਂ ਨੇ, ਨਣਾਨਾਂ ਨੇ, ਤੇਰੀ ਸੱਸ ਸਹੁਰਾ, ਕਈ ਰਿਸ਼ਤੇਦਾਰ ਤੇਰੇ ਨਾਲ ਜੁੜਨੇ ਨੇ, ਤੇ ਬੜੇ ਧਿਆਨ ਦੇ ਨਾਲ। ਤੇ ਜੇ ਉਹ ਧੀ ਜਾ ਕੇ ਉੱਥੇ ਜੋ ਮਾਂ ਨੇ ਸਮਝਾਇਆ ਸੀ, ਭਾਵ ਜਿਹੜੀ ਸੁਹਾਗਣ ਨੇ ਸਮਝਾਇਆ ਸੀ, ਉਹ ਕਰੇ ਨਾ। ਭਾਈ ਗੁਰਦਾਸ ਜੀ ਕਹਿੰਦੇ ਪੁੱਛਤ ਸੁਹਾਗਣ ਕਰਮ ਹੈ ਦੁਹਾਗਣ ਕਹਿ, ਹਿਰਦੈ ਵਿਭਚਾਰ ਕਤ ਸਹਿਜਾ ਬੁਲਾਈਏ। ਫਿਰ ਉਹ ਪਤੀ ਉਸ ਔਰਤ ਤੋਂ ਖੁਸ਼ ਨਹੀਂ ਹੁੰਦਾ ਜਿਹਦੇ ਮਨ ਅੰਦਰ ਚੋਰ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਹਦੇ ਮਨ ਵਿੱਚ ਕੁਝ ਹੋਰ ਹੋਵੇ, ਸਾਰੀ ਦਿਹਾੜੀ ਆਪਣੇ ਮਨ ਦੀ ਮਰਜ਼ੀ ਕਰੇ, ਪਤੀ ਦੇ ਸਾਹਮਣੇ ਵਿਖਾਵਾ ਕਰੇ, ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹ ਆਪਣੇ ਪਤੀ ਦੀ ਸੇਜਾ ਉੱਤੇ ਉਹ ਆਨੰਦ ਨਹੀਂ ਲੈ ਸਕਦੀ ਜਿਹੜਾ ਆਨੰਦ ਉਹ ਲੋਚਦੀ ਸੀ। ਹਿਰਦੈ ਵਿਭਚਾਰ, ਹਿਰਦੇ ਵਿੱਚ ਵਿਭਚਾਰ ਹੋਣ, ਮਨ ਵਿੱਚ ਕੁਝ ਹੋਰ ਹੋਵੇ ਤੇ ਮੁੱਖ ਤੋਂ ਉਹ ਸਿਫਤਾਂ ਕਰੀ ਜਾਵੇ, ਤੇ ਭਾਈ ਗੁਰਦਾਸ ਜੀ ਕਹਿੰਦੇ ਉਹ ਇਸ ਧਰਤੀ ਦੇ ਉੱਤੇ ਆਪਣੇ ਪਤੀ ਦਾ ਉਹ ਸੁੱਖ ਨਹੀਂ ਮੰਨ ਸਕਦੀ ਜਿਹੜਾ ਉਹ ਸੁੱਖ ਲੋਚਦੀ ਸੀ।
ਅਖੀਰ ਉੱਤੇ ਮੋਹਰ ਲਾਈ ਹੈ। ਧਿਆਨ ਨਾਲ ਸੁਣਿਓ। ਗਾਏ ਸੁਣੇ ਆਖੇ ਮੀਚੇ, ਅੱਖਾਂ ਬੰਦ ਕਰਕੇ ਉਹ ਗਾਉਂਦਾ ਵੀ ਹੈ, ਉਹ ਸੁਣਦਾ ਵੀ ਹੈ। ਗਾਏ ਸੁਣੇ ਆਖੇ ਮੀਚੇ ਪਾਈ ਹੈ ਨਾ ਪਰਮ ਪਦ। ਜੇ ਆਖੇ ਕਿ ਮੈਂ ਸੁਣ ਲਿਆ, ਗਾ ਲਿਆ, ਅੱਖਾਂ ਬੰਦ ਕਰਕੇ ਝੂਮ ਵੀ ਲਿਆ। ਅੱਜ ਸਾਡੇ ਇਹ ਮਤਲਬ ਇੱਕ ਸੱਭਿਆਚਾਰ ਦੇ ਵਿੱਚੋਂ ਵੀ ਆ ਗਿਆ ਵਿਖਾਵਾ ਵੀ ਗੁਰਦੁਆਰੇ ਆਉਣਾ, ਸਾਹਮਣੇ ਸੰਗਤ ਬੈਠੀ ਹੈ, ਅੱਖਾਂ ਮੀਟ ਲਓ। ਨਹੀਂ ਭਲਿਓ, ਮੀਟਣੀਆਂ ਚਾਹੀਦੀਆਂ ਨੇ। ਅਸੀਂ ਇਹਨਾਂ 9 ਦਰਵਾਜ਼ੇ ਪ੍ਰਗਟ ਕੀਏ, ਇਹਨਾਂ 9ਾਂ ਨੂੰ ਮੂੰਦ ਲਈਏ, ਦਰਵਾਜ਼ੇ ਬੰਦ ਕਰਨਾ ਹੈ। ਪਰ ਬੰਦ ਕਰਨਾ ਹੈ ਵਿਕਾਰਾਂ ਵੱਲੋਂ, ਕਿਉਂਕਿ ਮੂੰਦ ਲਈਏ ਦਰਵਾਜ਼ੇ, ਵਾਜੇ ਅਨਹਦ ਵਾਜੇ, ਤਾਂ ਹੀ ਅਨਾਹਦ ਵਾਜੇ ਵੱਜਣਗੇ। ਜੇ ਇਹਨਾਂ 9ਾਂ ਨੂੰ ਬੰਦ ਕਰ ਲਿਆ ਤਾਂ ਹੀ 10ਵਾਂ ਦੁਆਰ ਖੁੱਲ੍ਹੇਗਾ ਨਾ। ਪਰ ਤਾਂ ਖੁੱਲ੍ਹੇਗਾ ਜੇ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਲਈਏ। ਤੇ ਭਾਈ ਗੁਰਦਾਸ ਜੀ ਕਹਿੰਦੇ ਗਾਏ ਸੁਣੇ ਆਖੇ ਮੀਚੇ। ਵਿਖਾਵੇ ਦੀ ਖਾਤਰ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਕਿ ਅੱਖਾਂ ਬੰਦ ਕਰ ਲਈਆਂ, ਝੂਮ ਰਹੇ ਹਾਂ। ਸਾਹਮਣੇ ਜਿਹੜੇ ਗਿਆਨੀ ਜੀ ਕੀਰਤਨ ਕਰ ਰਹੇ ਨੇ, ਖਾਸ ਕਰਕੇ ਕੀਰਤਨ ਦੀ ਧੁਨ ਉੱਤੇ ਅਸੀਂ ਬੜਾ ਝੂਮਦੇ ਹਾਂ। ਵੈਸੇ ਸਾਡਾ ਕੀਰਤਨ ਵੀ ਜਿਹੜਾ ਨਾ ਬਹੁਤ ਦੂਰ ਚਲਾ ਗਿਆ। ਅਸਲ ਵਿੱਚ ਜਿਹੜਾ ਰਾਗ ਸੀ ਨਾ, ਉਸ ਰਾਗ ਦੇ ਵਿੱਚ ਬਾਣੀ ਨੂੰ ਗਾਉਣਾ ਹੁੰਦਾ। ਅੱਜ ਅਸੀਂ ਜਿਹੜੀਆਂ ਉਹ ਫਿਲਮਾਂ ਦੇ ਗਾਣਿਆਂ ਦੀਆਂ, ਦੁਨਿਆਵੀ ਗਾਣਿਆਂ ਦੀਆਂ ਧੁਨਾਂ ਦੇ ਉੱਤੇ ਜਦੋਂ ਸਾਡੇ ਰਾਗੀ ਸਿੰਘ ਗੀਤ ਗਾਉਂਦੇ ਆ ਨਾ, ਮੈਂ ਗੀਤ ਹੀ ਕਹਾਂਗਾ, ਉਹਨਾਂ ਗੀਤਾਂ ਦੀ ਧੁਨਾਂ ਦੇ ਉੱਤੇ ਸ਼ਬਦ ਨੂੰ ਫਿਰ ਗਾਉਣ ਲੱਗ ਜਾਂਦੇ ਨੇ। ਅਤੇ ਸਾਹਮਣੇ ਬੈਠਾ ਹੋਇਆ ਉਹ ਫਿਰ ਝੂਮਦਾ ਜਿੱਦਾਂ ਸੰਸਾਰੀ ਜੀਵ ਝੂਮਦੇ ਨੇ। ਉਹ ਫਿਰ ਜਿਸ ਤਰ੍ਹਾਂ ਸਾਹਮਣੇ ਡੀਜੇ ਲੱਗਾ ਹੁੰਦਾ, ਗਾਣੇ ਵੱਜਦੇ, ਉਹ ਨੱਚਦਾ। ਅੱਜ ਗੁਰਦੁਆਰਿਆਂ 'ਚ ਵੇਖਿਆ ਜਾਂਦਾ, ਤੁਸੀਂ ਵੀਡੀਓ ਵੇਖਦੇ ਹੋਵੋਗੇ ਮੋਬਾਇਲ ਫੋਨਾਂ ਦੇ ਉੱਤੇ। ਮਾਫ਼ ਕਰਨਾ, ਇਹ ਸੱਚਾਈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਅਤੇ ਜਦੋਂ ਭਾਈ ਮਰਦਾਨੇ ਨੇ ਰਬਾਬ ਛੇੜੀ, ਅਤੇ ਜਿਹੜਾ ਠੱਗ ਸੀ ਨਾ, ਜਿਹਨੂੰ ਸੱਜਣ ਠੱਗ ਆਖਿਆ ਜਾਂਦਾ ਸੀ, ਉਹ ਸੱਜਣ ਠੱਗ ਹੁਣ ਸੱਜਣ ਬਣ ਗਿਆ। ਉਹ ਹੁਣ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਬਣ ਗਿਆ। ਉਹ ਸਮਝ ਗਿਆ ਕਿ ਹੁਣ ਜਿੱਥੇ ਲੇਖਾ ਦੇਣਾ ਨਾ, ਉੱਥੇ ਮੇਰੇ ਨਾਲ ਇਹਨਾਂ 'ਚੋਂ ਕੋਈ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਇਹ ਬਖਸ਼ਿਸ਼ ਕਰ ਰਹੇ ਨੇ। ਅਤੇ ਭਾਈ ਗੁਰਦਾਸ ਜੀ ਅਖੀਰ ਉੱਤੇ ਮੈਂ ਉਹ ਇੱਕ ਪੰਕਤੀ ਰਹਿ ਗਈ ਹੈ, ਮੈਂ ਬੇਨਤੀ ਕਰਕੇ ਅੱਗੇ ਚੱਲਾਂਗਾ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਏ। ਜਦੋਂ ਤੱਕ ਗਹਿ ਹਿਰਦੇ ਦੇ ਅੰਦਰ, ਜਦੋਂ ਤੱਕ ਜਿਹੜਾ ਉਪਦੇਸ਼ ਅਸੀਂ ਸਰਵਣ ਕਰ ਰਹੇ ਹਾਂ ਉਹਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ, ਉਦੋਂ ਤੱਕ ਗਾਉਣ ਦਾ, ਸੁਣਨ ਦਾ ਅਤੇ ਅੱਖਾਂ ਮੀਟਣ ਦਾ ਕੋਈ ਲਾਭ ਨਹੀਂ। ਪਰ ਇੱਥੇ ਮੈਂ ਬੇਨਤੀ ਕਰਾਂ, ਇਹਦਾ ਭਾਵ ਇਹ ਨਹੀਂ ਵੀ ਸੁਣਨਾ ਨਹੀਂ ਅਤੇ ਗਾਉਣਾ ਨਹੀਂ ਅਤੇ ਅੱਖਾਂ ਨਹੀਂ ਬੰਦ ਕਰਨੀਆਂ। ਸੁਣਨਾ ਵੀ ਆ ਮਨ ਕਰਕੇ, ਗਾਉਣਾ ਵੀ ਆ ਮਨ ਕਰਕੇ, ਅਤੇ ਅੱਖਾਂ ਵੀ ਮਨ ਕਰਕੇ ਬੰਦ ਕਰਨੀਆਂ। ਕਿਸੇ ਨੂੰ ਵਿਖਾਵਾ ਨਹੀਂ ਕਰਨਾ। ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਇਹ ਬਖਸ਼ਿਸ਼ ਕਰ ਰਹੇ ਨੇ ਕਿ ਸੂਹਬਤਾ ਸੁਹਾਗਣੀ। ਕਿੱਦਾਂ ਸੁਹਾਗਣੀ ਬਣਿਆ ਜਾ ਸਕਦਾ ਹੈ? ਸੋਹਣੇ ਅਤੇ ਸੂਹੇ ਰੰਗ ਵਾਲੀ, ਜਿਹਨੇ ਸੂਹੇ ਰੰਗ ਦਾ ਤਨ ਉੱਤੇ ਵਸਤਰ ਪਹਿਨਿਆ ਹੋਵੇ, ਭਾਵ ਜਿਹਦੇ ਹਿਰਦੇ ਉੱਤੇ ਸੂਹੇ ਰੰਗ ਦਾ ਵਸਤਰ, ਪ੍ਰਮਾਤਮਾ ਦੇ ਨਾਮ ਦਾ ਵਸਤਰ ਚੜ੍ਹ ਜਾਵੇ। ਜਾ ਮਨ ਲਹਿ ਸੱਚ ਨਾਮ, ਇਹ ਤਾਂ ਚੜ੍ਹੇਗਾ ਜੇ ਉਹ ਮਨ ਕਰਕੇ ਪ੍ਰਮਾਤਮਾ ਦੇ ਸੱਚ ਨਾਮ ਨੂੰ ਮੰਨ ਲੈਂਦਾ ਹੈ। ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ। ਭਾਈ ਜੀ ਉਹ ਆਪਣੇ ਸਤਿਗੁਰੂ ਨੂੰ ਮਨਾ ਲੈਂਦਾ ਹੈ, ਫਿਰ ਉਹਦੇ ਉੱਤੇ ਜਿਹੜਾ ਰੂਪ ਚੜ੍ਹਦਾ ਹੈ ਨਾ, ਬਹੁਤ ਸੋਹਣਾ। ਅਸੀਂ ਕਹਿ ਦਿੰਦੇ ਨਾ ਇਹ ਰੱਬੀ ਰੂਹ ਹੈ। ਇਹਦੇ ਚਿਹਰੇ ਤੋਂ ਪਤਾ ਚੱਲਦਾ ਇਹਦੇ ਅੰਦਰ ਬਾਣੀ ਵਸੀ ਹੋਈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਫਿਰ ਉਹ ਰੂਪ ਚੜ੍ਹ ਜਾਂਦਾ, ਫਿਰ ਉਹਨੂੰ ਹੋਰ ਕੋਈ ਥਾਂ ਨਹੀਂ ਲੱਭਦਾ। ਉਹ ਦੂਜੇ ਥਾਂ 'ਤੇ ਜਾ ਕੇ ਨੱਕ ਗੋਡਾ ਨਹੀਂ ਰਗੜਦਾ, ਮੱਥਾ ਨਹੀਂ ਰਗੜਦਾ। ਉਹ ਫਿਰ ਸਦਾ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ ਹੈ। ਐਸਾ ਸਿਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵਈ, ਐਹਨਿਸ ਲਾਗੈ ਭਾਉ। ਜੇ ਇਸ ਤਰ੍ਹਾਂ ਦਾ ਭਾਵ ਪਰਮਾਤਮਾ ਦੇ ਨਾਮ ਰੰਗ ਦਾ ਆਪਣੇ ਮਨ ਉੱਤੇ ਰੰਗ ਚਾੜ੍ਹ ਲਵੇਂਗਾ, ਫਿਰ ਜੇ ਇਸ ਤਰ੍ਹਾਂ ਦਾ ਸ਼ਿੰਗਾਰ ਬਣ ਜਾਵੇਗਾ ਨਾ, ਝੂਠਾ ਦੁਨਿਆਵੀ ਨਹੀਂ, ਦੁਨੀਆ ਨੂੰ ਵਿਖਾਉਣ ਵਾਲਾ ਨਹੀਂ,
जिस तरह ਪ੍ਰਿਥੀ ਚੰਦ ने बनाया सी। फिर ते धन गुरु अर्जन पातशाह जी वाला एक घड़ी ना मिलते तो कलयुग होता। इस तरह का रंग चढ़ गया। तो सतगुरु जी कहते जदों इस तरह का श्रृंगार बना लवेगा फिर ये कदे मैला नहीं होता, मैला कदे ना होवे न लागे दाग, फिर इनू दाग नहीं कोई लगता, ये मैला नहीं होंदा। पर ये तां जे तू सच नाम नू अपने हिरदे विच वसा लवेगा। फिर ये दिने रात एहनस लागे पाओ, दिने रात फिर वो प्रेम विच बझा होया मनुख सदा वाहिगुरू वाहिगुरू सिमरन करता है। नानक सुहागण का क्या चिन्ह है। सवाल किया सुहागण का चिन्ह की है, सुहागण किहो जी है। तो गुरु साहब ने अगे नाल ही उत्तर दिता, अंदर सच मुख उजला, वो अंदर सच है, ਉਹਦਾ मुख ਜਿਹੜਾ ਵਾ बड़ा सुंदर है, उजला है। खसम है माहे समाए, वो खसम ਦੇ ਵਿੱਚ सदा समाई ਰਹਿੰਦੀ है। महला तीजा इस पावन हुक्म का ये दूसरा सलोक है। ये भी धन गुरु अमरदास पातशाह जी का। फिर बेनती करा, ये वार गुरु अमरदास पातशाह जी की है, भाव समुचियां पौड़ियां धन गुरु अमरदास पातशाह जी दियां। ਇਹਦੇ ਨਾਲ ਜਿਹੜੇ ਲੱਗੇ ਹੋਏ ਸਲੋਕ ਨੇ ਇਹ ਦੋਨੋਂ ਸਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਲੋਕਾ ਵੇ ਹਉ ਸੁਹਵੀ ਸੁਹਾ ਵੇਸ ਕਰੀ। ਆ ਗਈ ਨਾ ਗੱਲ ਭਾਈ ਗੁਰਦਾਸ ਜੀ ਵਾਲੀ, ਇਹ ਲੋਕੋ ਮੈਂ ਸੂਹੇ ਰੰਗ ਦੇ ਵਸਤਰ ਧਾਰਨ ਕਰ ਲਏ, मेरा वेस जिहड़ा वा वो सूहे रंग का हो गया, गाढ़े रंग का हो गया। भाव वो वस्त्र जिहड़े सुहागणा पाउंदियां ने वो मैं वस्त्र पा लए। कहण तो भाव दुनियावी रूप में कि जिहड़े वस्त्र धर्मी पुरख पाउंदे ने, जिहदे नाल समझ आउंदी है कि धर्मी पुरख है, मैं वो वस्त्र भी पा लए। पर नाल ही धन गुरु अमरदास पातशाह जी बख्शिश करते हैं, वेसी सहो ना पाई है कर कर वेस रही। पर यह वस्त्र पाउण दे नाल भाव जो गुरु ने मर्यादा दसी है उस मर्यादा के अनुसार मैं सवेरे इशनान पान करके वस्त्र धारण करके आ गया। पर गुरु अमरदास पातशाह जी कहते नहीं, इस वेस के नाल मैनू प्रभु नहीं मिलिया। वेसी सहो ना पाई है, इस वेस धारण के कर कीतियां जिहड़ा प्रभु नहीं पाया जा सकता, क्योंकि कर कर वेस रही। मैं बड़े धन गुरु अमरदास पातशाह जी का बचन, किन्ने साल वो जिहड़ा वा यात्रा ते जांदे रहे नाल, पर की प्रभु मिल गया। 62 साल की उम्र हुई, प्रभु नहीं मिलिया। इस करके धन गुरु अमरदास पातशाह जी कहते मैं जिहड़ा वेस धारण कर लिया, पर इस वेस दे नाल मैनूं प्रभु नहीं मिलिया। नानक तिनी सो पाया जिन्हें गुर की सिख सुनी। कहते जिन्हां ने गुरु की सिक्ख्या सुन लई उन्होंने फिर प्रभु नूं पा लिया। मैं शाब्दिक की अर्थ करा, समा समाप्ति है। जो तिस भावै सो थीऐ इन बिद कंत मिली। जो उन्होंने भाउंदा है ना उस तरह मानता है, फिर धन गुरु अमरदास पातशाह जी कहते फिर उन्होंने वो कंत मिल जाता। पति उन्होंने ही हासिल होंदा ना, पति दीयां खुशियां उन्होंने ही मिलदियां जिहड़ी पत्नी अपने पति के हुक्म अनुसार चलती है। ये साडा पति है परमेश्वर, असीं उहदियां जीव रूपी इस्त्रियां। ते धन गुरु अमरदास पातशाह जी यही समझा रहे हैं कि भाई वेस धारण करते कीतियां केवल प्रभु पति नहीं मिलना, जे तू उहदी सिक्ख्या के अनुसार चलेंगी तो फिर तेनों जिहड़ा प्रभु पति है वो मिल पवेगा। पौड़ी हुक्मी सिष्ट साजियन बहु भित संसार। हुण जिहदियां असीं जीव रूपी इस्त्रियां उहदी वडियाई कीती है। पत्नी अपने पति की वडियाई करती है ना, चौं सखियां विच बैठी हुई, मेरा पति इस तरह का, जिस पति नूं मैं पा लिया ना, जिस वर दे नाल मेरे घरदियां ने वरिया मैनू भाव विआहिया, वो पति दीयां सिफतां। हुण असीं प्रभु पति पा लिया, गुरु ने दस दिता भी प्रभु पति उहदे सिमरन कीतियां मिलना। हुण उहदी वडियाई करन लगी है इस्त्री कि हुक्मी सृष्ट साजियन बहु भित संसारा। जिहड़ा सारा संसार है ना देख रहा ये उहदे हुक्म अनुसार बनिया। कहंदियां ने इस्त्रियां कि भाई आ जिहड़ा पिंड है ना इहदे विच मेरे पति की वडियाई है, इन्हां दे आ जिहड़े 4 घर ने मेरे पति ने बना के दिते।
ਆ ਜਿਹੜਾ ਗੁਰਦੁਆਰਾ ਨਾ, ਇਹ ਮੇਰੇ ਪਤੀ ਨੇ ਇੱਥੇ ਇੰਨੇ ਲੱਖ ਰੁਪਏ ਦਾਨ ਦਿੱਤਾ। ਪਤਨੀ ਕਰਦੀ ਹੈ ਨਾ ਵਡਿਆਈ ਆਪਣੇ ਪਤੀ ਦੀ। ਆ ਜਿਹੜੀ ਫਲਾਣੇ ਘਰ ਦੇ ਵਿੱਚ ਗਰੀਬ ਧੀ ਸੀ, ਇਹਨੂੰ ਜਿਹੜੇ 4 ਦੰਬੜੇ ਨੇ ਮੇਰੇ ਪਤੀ ਨੇ ਦਿੱਤੇ, ਮੇਰਾ ਪਤੀ ਬੜਾ ਭਲਾ। ਹੁਣ ਜੀਵ ਰੂਪੀ ਇਸਤਰੀ ਕਹਿ ਰਹੀ ਹੈ ਕਿ ਇਹ ਜਿਹੜੀ ਸਾਰੀ ਸਥਿਤੀ ਸਾਜੀ ਹੈ ਨਾ, ਕੋਈ ਦੁਨਿਆਵੀ ਸਾਧ ਆਖੇਗਾ, ਕੋਈ ਦੁਨਿਆਵੀ ਉਸਤਤ ਵਾਲਾ ਆਖੇਗਾ ਕਿ ਆਹ ਜਿਹੜੇ 4 ਨਗਰ ਨੇ ਇਹਨਾਂ ਦੀ ਸੇਵਾ ਮੈਂ ਕੀਤੀ, ਪਰ ਜੀਵ ਰੂਪੀ ਇਸਤਰੀ ਕਹਿੰਦੀ ਹੈ ਕਿ ਜਿਹੜਾ ਮੇਰਾ ਪਤੀ ਹੈ ਨਾ, ਖਸਮ ਮੇਰਾ, ਉਹ ਸਭ ਤੋਂ ਉੱਚਾ ਹੈ। ਇਹ ਸਾਰਾ ਸੰਸਾਰ ਹੀ ਉਹਦੇ ਹੁਕਮ ਅਨੁਸਾਰ ਬਣਿਆ। ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਪਾਰਾ। ਹੈ ਮੇਰੇ ਪਤੀ, ਹੈ ਮੇਰੇ ਪ੍ਰਭੂ ਜੀਓ, ਤੇਰਾ ਹੁਕਮ ਕਿੱਡਾ ਵੱਡਾ ਹੈ, ਕਿੱਡਾ ਉੱਚਾ ਹੈ, ਇਹਨੂੰ ਕੋਈ ਜਾਣ ਨਹੀਂ ਸਕਦਾ, ਕਿਉਂਕਿ ਇਹ ਅਲਖ ਅਪਾਰਾ, ਇਹਨੂੰ ਲਖਿਆ ਨਹੀਂ ਜਾ ਸਕਦਾ, ਇਹਦੇ ਉਤੋਂ ਵਾਰਿਆ ਨਹੀਂ ਜਾ ਸਕਦਾ ਕੋਈ। ਇੱਕ ਨਾ ਨੋ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ। ਇਹ ਤੇਰੀ ਉਸਤਤ ਹੈ, ਤੇਰੀ ਵਡਿਆਈ ਹੈ ਕਿ ਜਿਨ੍ਹਾਂ ਨੂੰ ਤੂੰ ਗੁਰ ਸ਼ਬਦ ਬਖਸ਼ ਦੇਣਾ ਨਾ, ਗੁਰੂ ਦਾ ਲੜ ਬਖਸ਼ ਦੇਣਾ, ਉਹਨਾਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ। ਇਹ ਤੇਰੀ ਵਡਿਆਈ ਹੈ ਕਿ ਜਿਹੜੇ ਭਲੇ ਜਨ ਤੇਰੀ ਉਸਤਤ ਕਰਦੇ ਨੇ, ਤੂੰ ਉਹਨਾਂ ਨੂੰ ਗੁਰ ਸ਼ਬਦ ਗੁਰੂ ਦੇ ਨਾਲ ਜੋੜ ਦੇਣਾ, ਤੇ ਫਿਰ ਗੁਰੂ ਦੇ ਨਾਲ ਜੁੜਿਆ ਹੋਇਆ ਮਨੁੱਖ ਸਦਾ ਤੇਰੇ ਨਾਲ ਜੁੜਿਆ ਰਹਿੰਦਾ ਹੈ। ਪ੍ਰਮਾਤਮਾ, ਤੂੰ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ। ਸੱਚ ਰਚੇ ਸੇ ਨਿਰਮਲੇ ਹਉਮੈ ਤਜ ਵਿਕਾਰਾ। ਭਾਈ ਉਹ ਫਿਰ ਪਵਿੱਤਰ ਹੋ ਜਾਂਦੇ ਨੇ ਜਿਹੜੇ ਤੇਰੇ ਸੱਚ ਨਾਮ ਦੇ ਨਾਲ ਜੁੜ ਜਾਂਦੇ ਨੇ, ਰਤੇ ਜਾਂਦੇ ਨੇ, ਭਰੇ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਸਦਾ ਵਾਹਿਗੁਰੂ ਦਾ ਸਿਮਰਨ ਜਿਹੜਾ ਚੱਲਦਾ ਰਹਿੰਦਾ ਹੈ, ਜਿਨ੍ਹਾਂ ਦੇ ਅੰਦਰ ਹੁਣ ਵਿਕਾਰ ਨਹੀਂ, ਤੇਰਾ ਸਿਮਰਨ ਹੀ ਹੈ, ਉਹ ਸਦਾ ਪਵਿੱਤਰ ਰਹਿੰਦੇ ਨੇ ਤੇ ਸਦਾ ਉਹ ਵਿਕਾਰਾਂ ਤੋਂ ਦੂਰ ਰਹਿੰਦੇ ਹਨ ਜੀ। ਜਿਸ ਤੂੰ ਮਿਲੇ ਸੋ ਤੁਧ ਮਿਲੈ, ਸੋਈ ਸਚਿਆਰਾ। ਪਰਮਾਤਮਾ ਜੀਓ, ਹੇ ਮੇਰੇ ਖਸਮ ਜੀਓ, ਜਿਨ੍ਹਾਂ ਨੂੰ ਤੂੰ ਮਿਲਦਾ ਹੈ ਨਾ, ਉਹੀ ਤੈਨੂੰ ਮਿਲਦੇ ਨੇ, ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੁੰਦੀ ਹੈ। ਜਿਸ ਤੂੰ ਮਿਲੇ ਸੋ ਤੁਧ ਮਿਲੈ, ਜਿਨ੍ਹਾਂ ਨੂੰ ਤੂੰ ਆਪਣੇ ਨਾਲ ਜੋੜਦਾ ਹੈ ਉਹੀ ਤੈਨੂੰ ਮਿਲਦੇ ਹਨ। ਸੋਈ ਸਚਿਆਰਾ, ਤੇ ਉਹੀ ਇਸ ਜਗਤ ਦੇ ਵਿੱਚ ਸਚਿਆਰ ਨੇ। ਬਾਕੀ ਸਭ ਆਪੋ ਆਪਣੀ ਖਾਨਾ ਪੂਰਤੀ ਕਰਦੇ ਹੋਏ ਜੀਵਨ ਨੂੰ ਬਸਰ ਕਰ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਸੁਹਾਗਣ ਹੋਣ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਹੋਵੇ। ਅਸੀਂ ਵੀ ਆਪਣੇ ਖਸਮ ਦੀਆਂ ਸੁਹਾਗਣਾਂ ਬਣ ਕੇ ਆਪਣੇ ਖਸਮ ਦੀ ਵਡਿਆਈ ਕਰਦਿਆਂ ਹੋਇਆਂ ਆਪਣੇ ਖਸਮ ਪ੍ਰਭੂ ਦੇ ਨਾਲ ਮਿਲ ਪਈਏ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ, ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।